कैबिनेट मिनिस्टर सुंदर श्याम अरोड़ा ने तुहानू गल लाया सी। उन्होंने कहा सी तुसी मेरे छोटे भरा हो। बलविंदर सिंह धालीवाल दे नाल टेबल ते बिठाया सी, जफ्फियां पै गईयां सी, लव यू हो गया सी, इकट्ठे बैठ गए सी। उन्होंने कहा सी तुसी मेरे छोटे भरा ते मैं वड्डा भरा, की लोड़ पै गई जिहड़ा भरा नूं छड्ड के वापस आ गए हो। जिन्होंने जितण तो बाद शाम सुंदर नूं एक चाह का कप नहीं बुलाया, अपने घर बुला के उन्हों का मान सन्मान नहीं किया, उन्होंने चाह का कप नहीं पूछा, उन्होंने सानू की पुछना सी, असीं तां कुछ भी नहीं उन्होंने मोहरे। चर्चावां ये सीगियां भी जिथे दलजीत राजू जाऊगा उत्थे ही ओम प्रकाश बिट्टू जाऊगा, गुरदीप दीपा जाऊगा, जिथे गुरदीप दीपा बिट्टू जाणगे उत्थे ही राजू जाऊगा। कोई है कोई इदां दी संभावना भी राजू कांग्रेस छड्ड सकदा, आ सकदा भाजपा च होर पार्टी जा सकदा? कोई इदां दी गलबात होई तुहाडी? नहीं, राजू नाल हले साडी कोई गल नहीं हुई, पर एज ए मैन राजू बहुत वधिया इंसान आ, साडा मित्र आ। इस वेले कांग्रेस पिंडां 'च है ही नहीं। पिंडां 'च कित्थे कांग्रेस? कांग्रेस पिंडां 'चों हार के आऊगी, कांग्रेस पिंडां 'चों हार के आऊगी, शहर 'चों उन्हां कोल पूरीਆਂ नहीं होणीਆਂ। बस एक 26,000 का फतूर ਜਿਹੜੇ 2-3 आले दुआले ਦੇ ਬੰਦੇ ਸੀ 26,000 ਜਪਦੇ ਰਹੇ, ਉਹ 26,000 ਵਾਲਾ ਕੰਮ ਖਤਮ ਹੋ ਗਿਆ। ਪਿੰਡ 'ਚੋਂ ਹਾਰ ਕੇ ਆਉਣਾ, ਸ਼ਹਿਰ ਪੂਰਾ ਨਹੀਂ ਹੋਣਾ। ਇਹ ਅੱਜ ਲਿਖ ਲਓ, ਆਪਣੇ ਇੱਥੇ ਨੋਟ ਕਰਕੇ ਰੱਖ ਲਿਓ। ਸਾਰੇ ਸ਼ਹਿਰ ਦੇ ਵਿੱਚ ਸੁੰਦਰ ਸ਼ਾਮ ਅਰੋੜਾ ਨੇ ਤੁਹਾਨੂੰ ਉੱਤਰ ਨਹੀਂ ਦਿੱਤਾ, ਚਾਹੇ ਤੜਕੇ ਦੇ 5 ਵਜੇ ਹੁਣ, ਚਾਹੇ ਰਾਤ ਦੇ 12 ਵਜੇ ਹੁਣ। ਗੱਡੀ ਵਿੱਚ ਤੁਸੀਂ ਬੈਠੇ ਰਹੇ, ਹੁਣ ਗੱਡੀ ਬਦਲ ਗਈ ਆ। ਤੜਕੇ ਦੇ 5 ਵਜਣੇ, ਰਾਤ ਦੇ 12 ਵਜਣੇ ਆ। ਹੁਣ ਗੱਡੀ ਦੇ ਵਿੱਚ ਹੈਗਾ ਵਿਜੇ ਸਾਂਪਲਾ। ਕਿੱਦਾਂ ਦੀ ਪਲੈਨਿੰਗ ਹੈਗੀ ਆ? ਕੋਈ ਪਲੈਨ, ਸਾਡੀ ਸਾਰੀ ਪਲੈਨਿੰਗ ਆ। ਸਾਨੂੰ ਮਿਹਨਤ ਕਰਨੀ ਆਉਂਦੀ ਆ, ਅਸੀਂ ਮਿਹਨਤ ਤੋਂ ਕਦੀ ਪਿੱਛੇ ਨਹੀਂ ਹਟਦੇ। ਸਾਨੂੰ ਚਾਹੇ ਰਾਤ ਦੇ 4 ਵਜਣ, ਸਵੇਰ ਦੇ 5 ਵਜਣ, 6 ਵਜਣ, ਸਾਨੂੰ ਇਹਦਾ ਕੋਈ ਫਰਕ ਨਹੀਂ। ਤੁਹਾਡੇ ਕਾਂਗਰਸ ਦੇ ਲੀਡਰ ਜਿਹੜੇ ਕੌਂਸਲਰ ਰਹਿ ਚੁੱਕੇ ਆ ਜਾਂ ਜਿਨ੍ਹਾਂ ਨੇ ਕੌਂਸਲਰ ਲਾਣਾ, ਉਹ ਤਾਂ ਦੋਨੇ ਹੀ ਬਾਹਾਂ ਖੜੀਆਂ ਕਰਕੇ ਭਾਵੇਂ ਕਹਿੰਦੇ ਲੈਟਾਂ ਵਾਲੇ ਚੌਂਚ ਖੜੇ ਕਰ ਲਓ, ਤਾਂ ਸ਼ਰੇਆਮ ਇਹ ਗੱਲ ਕਹਿ ਰਹੇ ਆ ਬਈ ਬਲਵਿੰਦਰ ਸਿੰਘ ਧਾਲੀਵਾਲ ਵਿਕਾਸ ਦੇ ਮਸੀਹਾ ਆ, ਵੀ ਇੰਨਾ ਵਿਕਾਸ ਕਰਦਾ ਅਜੇ ਤੱਕ ਕਿਸੇ ਨੇ ਫਗਵਾੜੇ ਵਿੱਚ ਕੀਤਾ ਨਹੀਂ ਹੈਗਾ। ਹੋਰ ਸਮਾਂ ਦੇ ਦਿਓ ਬਈ, ਹੁਣ ਤਾਂ ਫਗਵਾੜੇ ਬਦਲ ਦਿਆਂਗੇ। ਯਾਰ ਤੁਸੀਂ ਵਿਕਾਸ ਦੇ ਮਸੀਹਾ ਨੂੰ ਛੱਡ ਕੇ ਆ ਗਏ ਹੋ। ਨਰੇਸ਼ ਭਾਰਤਵਾਜ ਜੀ ਨੂੰ ਹੁਣ ਪਤਾ ਲੱਗ ਜਾਣਾ ਪਤਾ ਉਹਨਾਂ ਨੂੰ ਕਿ ਕਿੰਨੇ ਕੁ ਬੰਦੇ ਉਹਨਾਂ ਨੇ ਜੋੜੇ ਆ, ਕਿੰਨਿਆਂ ਕੁ ਦੇ ਕੰਮ ਕਰਾਏ ਆ, ਕਿੰਨਾ ਵਰਕਰਾਂ ਦੇ ਨਾਲ ਉਹ ਖੜੇ ਹੋਏ ਆ। ਉਹ ਕਿਸੇ ਦੇ ਨਾਲ ਖੜੇ ਨਹੀਂ ਹੋਏ, ਉਹ ਸਿਰਫ ਕਮਾਊ ਪੁੱਤ ਸੀਗੇ। ਕਿ ਜਿਨ੍ਹਾਂ ਲੋਕਾਂ ਨੇ ਪਟਵਾਰਖਾਨੇ ਪੈਸੇ ਦੇ ਕੇ ਆਪਣੇ ਇੰਤਕਾਲ ਕਰਾਏ, ਜਿਨ੍ਹਾਂ ਲੋਕਾਂ ਨੇ ਕਚਹਿਰੀਆਂ ਦੇ ਵਿੱਚ ਪੈਸੇ ਦੇ ਕੇ ਆਪਣੀਆਂ ਰਜਿਸਟਰੀਆਂ ਕਰਾਈਆਂ, ਜਿਨ੍ਹਾਂ ਲੋਕਾਂ ਨੇ ਆਪਣੇ ਪੈਸੇ ਦੇ ਕੇ ਨਕਸ਼ੇ ਨਗਰ ਨਿਗਮ ਤੋਂ ਪਾਸ ਕਰਾਏ, ਜਿਨ੍ਹਾਂ ਨੇ ਥਾਣਿਆਂ ਕਚਹਿਰੀਆਂ ਦੇ ਵਿੱਚ ਜਿਨ੍ਹਾਂ ਤੇ ਨਜਾਇਜ਼ ਪਰਚੇ ਹੋਏ ਆ, ਉਹ ਲੋਕ ਤੁਹਾਡੇ ਸਾਹਮਣੇ ਆਉਣਗੇ, ਉਹ ਲੋਕ ਇਹਨਾਂ ਨੂੰ ਜਵਾਬ ਦੇਣਗੇ। ਦਲਜੀਤ ਰਾਜੂ ਜਿਹੜਾ ਰਾਤ ਨੂੰ ਪਰਚਾ ਹੋਇਆ ਥਾਣੇ ਦਾ ਘਰਾ ਕਰਕੇ ਕੀਤਾ ਗਿਆ, ਉਹ ਠੀਕ ਸੀ ਜਾਂ ਗਲਤ ਸੀ? ਬਹੁਤ ਗਲਤ ਹੋਇਆ। ਪਰ ਵਿਜੇ ਸਾਂਪਲਾ ਜੀ ਹਮੇਸ਼ਾ ਹੀ ਲੋਕਾਂ ਦੇ ਸੁੱਖ ਦੇ ਵਿੱਚ ਚਾਹੇ ਆਉਣ ਨਾ ਆਉਣ, ਹਮੇਸ਼ਾ ਹੀ ਦੁੱਖ ਦੇ ਵਿੱਚ ਉਹਨਾਂ ਨੇ ਬਾਂਹ ਫੜੀ ਆ। ਜਿੱਥੇ ਇਸ ਵੇਲੇ ਪੂਰੇ ਪੰਜਾਬ ਦੇ ਵਿੱਚ ਕਾਂਗਰਸ ਦੇ ਵਿੱਚ ਸਿਆਸੀ ਪਟਾਕੇ ਪੈ ਰਹੇ ਆ, ਉੱਥੇ ਹੀ ਅੱਜ ਫਗਵਾੜਾ ਦੀ ਕਾਂਗਰਸ ਦੇ ਵਿੱਚ ਵੀ ਵੱਡਾ ਭੁਚਾਲ ਆ ਚੁੱਕਾ, ਕਿਉਂਕਿ ਕਾਂਗਰਸ ਦੇ ਵੱਡੇ ਦੋ ਚਿਹਰੇ ਜੋ ਕਿ 2019 ਦੀਆਂ ਜਿਮਨੀ ਚੋਣਾਂ ਦੇ ਵਿੱਚ ਵੱਡਾ ਯੋਗਦਾਨ ਪਾ ਕੇ ਬਲਵਿੰਦਰ ਸਿੰਘ ਧਾਲੀਵਾਲ ਦੀ ਲੀਡ ਨੂੰ ਵਧਾਇਆ ਸੀ। ਅੱਜ ਜੇਕਰ ਆਪਾਂ ਗੱਲ ਕਰੀਏ ਗੁਰਦੀਪ ਦੀਪਾ ਤੇ ਓਮ ਪ੍ਰਕਾਸ਼ ਬਿੱਟੂ ਜੋ ਕਿ ਵੱਡਾ ਵੋਟ ਬੈਂਕ ਲੈ ਕੇ ਭਾਜਪਾ ਦੇ ਵਿੱਚ ਘਰ ਵਾਪਸੀ ਕਰ ਲਈ ਆ, ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਪੁੱਛਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਕੀ ਰਣਨੀਤੀ ਬਣੀ ਹੋਈ ਆ। ਦੀਪਾ ਜੀ, ਸਭ ਤੋਂ ਪਹਿਲਾਂ ਤਾਂ ਇਹੀ ਸਵਾਲ ਆ, 2019 ਦੀਆਂ ਚੋਣਾਂ ਦੇ ਵਿੱਚ कैबिनेट मिनिस्टर सुंदर श्याम अरोड़ा ने तुहानू गल लाया सी। उन्होंने कहा सी तुसी मेरे छोटे भरा हो। बलविंदर सिंह धालीवाल दे नाल टेबल ते बिठाया सी, जफ्फियां पै गईयां सी, लव यू हो गया सी, इकट्ठे बैठ गए सी। उन्होंने कहा सी तुसी मेरे छोटे भरा ते मैं वड्डा भरा, की लोड़ पै गई जिहड़ा भरा नूं छड्ड के वापस आ गए हो? तगड़ी धन्नवाद तुहाडा साडी गल लोकां दे सामने रखण लई। जिहड़ा तुसीं ਇਹ लव यू वाली गल कही है ना, ਇਹ लव यू सीगा एक तरफा। ਇਹ ਸਾਡੇ ਵੱਲੋਂ ਲਵਜੂ ਸੀਗਾ, ਉਹਨਾਂ ਵੱਲੋਂ ਲਵਜੂ ਨਹੀਂ ਸੀ। ਅਸੀਂ ਜਦੋਂ ਵੀ ਉੱਥੇ ਜਾਂਦੇ ਸੀਗੇ ਤੇ ਸਾਨੂੰ ਇਹ ਸੁਣਨ ਨੂੰ ਮਿਲਦਾ ਸੀ ਆ ਗਏ ਬੀਜੇਪੀ ਵਾਲੇ। ਅਸੀਂ ਤਨ ਮਨ ਧਨ ਨਾਲ 2019 ਦੇ ਵਿੱਚ ਉਸ ਮੌਕੇ ਦੇ ਜਿਹੜੇ ਕੈਂਡੀਡੇਟ ਸੀਗੇ ਬਲਵਿੰਦਰ ਧਾਲੀਵਾਲ, ਉਹਨਾਂ ਦੀ ਦਿਲੋਂ ਉਹਨਾਂ ਦੀ ਮਦਦ ਕੀਤੀ ਸ਼ਾਮ ਸੁੰਦਰ ਜੀ ਦੇ ਕਹਿਣ ਤੇ। ਪਰ ਸਾਨੂੰ ਉਹਨਾਂ ਨੇ ਅਪਣਾਇਆ ਨਹੀਂ। ਸਾਨੂੰ ਹਮੇਸ਼ਾ ਹੀ ਇਹ ਸੁਣਨ ਨੂੰ ਮਿਲਦਾ ਸੀ ਉਹਨਾਂ ਵੱਲੋਂ ਜਾਂ ਉਹਨਾਂ ਦੇ ਸਾਥੀਆਂ ਵੱਲੋਂ ਕਿ ਬੀਜੇਪੀ ਵਾਲੇ ਆ ਗਏ। ਪਰ ਇਹ ਸਾਨੂੰ ਬੁਰਾ ਲੱਗਦਾ ਸੀ, ਪਰ ਉਹਨਾਂ ਨੇ ਜਿਹੜਾ ਜੋ ਸਾਨੂੰ ਮਾਣ ਸਤਿਕਾਰ ਦੇਣਾ ਚਾਹੀਦਾ ਸੀ ਉਹ ਦਿੱਤਾ ਨਹੀਂ। ਕਿਉਂਕਿ ਜਦੋਂ ਸ਼ਾਮ ਸੁੰਦਰ ਜੀ ਫਗਵਾੜੇ ਇੰਚਾਰਜ ਬਣ ਕੇ ਆਏ ਵਿਧਾਨ ਸਭਾ ਜਿਮਨੀ ਚੋਣ ਦੇ ਵਿੱਚ, ਤੇ ਉਦੋਂ ਜਿਹੜੀ CID ਦੀ ਰਿਪੋਰਟ ਸੀਗੀ ਉਹ 7000 ਕਾਂਗਰਸ ਡਾਊਨ ਸੀ।
ਉਸ ਤੋਂ ਬਾਅਦ ਅਸੀਂ 7 ਕਾਉਂਸਲਰ ਜਦੋਂ ਸ਼ਾਮਲ ਹੋਏ ਤਾਂ ਉਹ ਹਵਾ ਬਣਦੀ ਬਹੁਤ ਦੂਰ ਤੱਕ ਗਈ। ਜਿੱਥੇ ਸਾਡਾ ਯੋਗਦਾਨ ਸੀ ਉੱਥੇ ਸ਼ਾਮ ਸੁੰਦਰ ਦਾ ਵੀ ਯੋਗਦਾਨ ਸੀ, ਉੱਥੇ ਜਿਹੜਾ ਮਾਨ ਧੜਾ ਸੀ ਉਹਦਾ ਵੀ ਯੋਗਦਾਨ ਸੀ, ਉੱਥੇ ਦਿਹਾਤੀ ਪ੍ਰਧਾਨ ਰਾਜੂ ਦਰਵੇਸ਼ ਪਿੰਡ ਦਾ ਵੀ ਬਹੁਤ ਵੱਡਾ ਯੋਗਦਾਨ ਸੀ, ਉੱਥੇ ਸਾਬੀ ਵਾਲੀਆ ਦਾ ਵੀ ਬਹੁਤ ਵੱਡਾ ਯੋਗਦਾਨ ਸੀ, ਉੱਥੇ ਹਰਜੀਤ ਸਿੰਘ ਪਰਮਾਰ ਦਾ ਵੀ ਬਹੁਤ ਵੱਡਾ ਯੋਗਦਾਨ ਸੀ, ਉੱਥੇ ਬਾਂਗਾ ਜੀ ਜਿਹੜੇ ਸਾਡੇ ਚੇਅਰਮੈਨ ਨੇ ਇੰਪਰੂਵਮੈਂਟ ਟਰਸਟ ਦੇ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਸੀ। ਇਹਦੇ ਵਿੱਚ ਮਤਲਬ ਤੁਸੀਂ ਸੋਚ ਨਹੀਂ ਸਕਦੇ ਕਿੰਨੇ ਸਰਪੰਚ, ਪੰਚ, ਬਲਾਕ ਸੰਮਤੀ ਮੈਂਬਰ, ਜ਼ਿਲ੍ਹਾ ਪਰਿਸ਼ਦ ਮੈਂਬਰ, ਕਾਉਂਸਲਰ ਇਹਨਾਂ ਨੇ ਜਿਨ੍ਹਾਂ ਨੇ ਹਵਾ ਬਣਾਈ ਔਰ ਜਿਮਨੀ ਚੋਣ ਨੂੰ 26,000 ਵੋਟਾਂ ਨਾਲ ਜਿੱਤਿਆ। ਸੁੰਦਰ ਸ਼ਾਮ ਅਰੋੜਾ ਨੇ ਵੱਡਾ ਯੋਗਦਾਨ ਪਾਇਆ ਸੀ ਇਲੈਕਸ਼ਨ ਜਿਤਾਉਣ ਦੇ ਵਿੱਚ। ਤੁਸੀਂ ਵੀ ਜਾਣਦੇ ਹੋ, ਮੈਂ ਵੀ ਜਾਣਦੇ ਆ, ਸਾਰੇ ਲੋਕ ਜਾਣਦੇ ਆ। ਤੇ ਅੱਜ ਤੁਸੀਂ ਸਾਰਾ ਕੁਝ ਛੱਡ ਕੇ ਆ ਗਏ ਹੋ। ਤੁਹਾਨੂੰ ਲੱਗਾ ਨਹੀਂ ਵੀ ਇੰਨਾ ਜ਼ੋਰ ਲਾਇਆ ਸੀ ਜਿਤਾਉਣ ਦੇ ਲਈ, ਐਡੀ ਰਾਤ ਦਿਨ ਤੁਸੀਂ ਦੁਸ਼ਮਣੀਆਂ ਭਾਲੀਆਂ ਸੀ ਭਾਜਪਾ ਦੇ ਨਾਲ, ਜਿਵੇਂ ਤੁਸੀਂ ਸਟੇਜ ਤੇ ਬਬਾਕੀ ਨਾਲ ਬੋਲਦੇ ਹੁੰਦੇ ਸੀ, ਤੇ ਅੱਜ ਸਾਰਾ ਜਿਹੜਾ ਉਹ ਮਹਿਲ ਬਣਾਇਆ ਸੀ ਉਹਨੂੰ ਤੁਸੀਂ ਛੱਡ ਕੇ ਆ ਗਏ ਹੋ। ਉਹ ਕਹਿੰਦੇ ਹੁੰਦੇ ਨਾ, ਜਿਹੜਾ ਸੋਨਾ ਕੰਨਾਂ ਨੂੰ ਚੀਰਾ ਦੇ ਦੇਵੇ ਤਾਂ ਉਹ ਸੋਨਾ ਨਹੀਂ ਹੁੰਦਾ। ਇਹ ਸਾਡੇ ਨਾਲ ਬਹੁਤ ਹੀ ਧੱਕਾ ਜਿਹਾ ਕੀਤਾ। ਤੇ ਇਦਾਂ ਹੁੰਦੀ ਜਿੱਦਾਂ ਕੁੜੀ ਲਈ ਮੁੰਡਾ ਦੇਖਣ ਜਾਈਏ ਤਾਂ ਮੁੰਡਾ ਹੋਵੇ ਹੋਰ ਤੇ ਦਿਖਾ ਦਈਏ ਹੋਰ। ਸਾਡੇ ਨਾਲ ਉਹ ਹੋਇਆ, ਸਾਨੂੰ ਦਿਖਾਇਆ ਗਿਆ ਸ਼ਾਮ ਸੁੰਦਰ ਜੀ ਤੇ ਨਿਕਲਿਆ ਵਿੱਚੋਂ ਬਲਵਿੰਦਰ ਧਾਲੀਵਾਲ। ਅਸੀਂ ਬਹੁਤ ਬੁਰੇ ਫਸੇ ਹੋਏ ਸੀ 2 ਸਾਲ ਤੋਂ। ਸਾਡਾ ਉੱਥੇ ਬੜਾ ਮਤਲਬ ਮਾਣ ਸਨਮਾਨ ਹੈ ਹੀ ਨਹੀਂ ਸੀਗਾ। ਇਸ ਕਰਕੇ ਮਹਿਲਾਂ ਨੂੰ ਤਲਾਂਜੀ ਦੇ ਦਿੰਦੇ ਹੋਏ ਕੁੱਲੀ ਖਰੀ ਆ, ਮਹਿਲ ਨਹੀਂ ਖਰੇ ਜਿਹੜੇ ਬੰਦੇ ਨੂੰ ਪਿੱਛੇ ਧੱਕਦੇ ਹੋਣ, ਮਾਨ ਸਨਮਾਨ ਨਾ ਦਿੰਦੇ ਹੋਣ। ਇਹ ਬਾਕੀ ਜਿੱਥੇ ਤੁਸੀਂ ਸ਼ਾਮ ਸੁੰਦਰ ਜੀ ਦੀ ਗੱਲ ਕਰਦੇ ਆ ਕਿ ਉਹਨਾਂ ਨੂੰ ਸ਼ਾਮ ਸੁੰਦਰ ਬਹੁਤ ਵਧੀਆ ਨੇਕ ਇਨਸਾਨ ਨੇ, ਪਰ ਤੱਗੜ ਸਾਹਿਬ ਜਿਨ੍ਹਾਂ ਨੇ ਜਿੱਤਣ ਤੋਂ ਬਾਅਦ ਸ਼ਾਮ ਸੁੰਦਰ ਨੂੰ ਇੱਕ ਚਾਹ ਦਾ ਕੱਪ ਨਹੀਂ ਬੁਲਾਇਆ, ਆਪਣੇ ਘਰ ਬੁਲਾ ਕੇ ਉਹਨਾਂ ਦਾ ਮਾਣ ਸਨਮਾਨ ਨਹੀਂ ਕੀਤਾ। ਕਿੰਨੀ ਉਹ ਫਗਵਾੜੇ 'ਚ ਮਿਹਨਤ ਕਰਕੇ ਇਹਨਾਂ ਨੂੰ ਜਿਤਾ ਕੇ ਗਏ ਜਿਮਨੀ ਚੋਣ। ਉਸ ਬੰਦੇ ਨੇ ਦਿਨ ਨਾ ਦੇਖੀ ਰਾਤ ਨਹੀਂ ਦੇਖਿਆ, ਕਿੰਨਾ ਬੰਦਿਆਂ ਦੀਆਂ ਮਿਹਨਤਾਂ ਪਾਈਆਂ। ਜਿਹੜੇ ਉਹਨਾਂ ਨੂੰ ਚਾਹ ਦਾ ਕੱਪ ਨਹੀਂ ਪੁੱਛਿਆ, ਉਹਨਾਂ ਨੇ ਸਾਨੂੰ ਕੀ ਪੁੱਛਣਾ ਸੀ? ਅਸੀਂ ਤਾਂ ਕੁਝ ਵੀ ਨਹੀਂ ਉਹਨਾਂ ਦੇ ਮੋਹਰੇ। ਤੇ ਬਾਕੀ ਤੁਹਾਨੂੰ ਪਤਾ ਹੀ ਆ ਜੋ ਤੁਸੀਂ ਬਾਰ-ਬਾਰ ਦਾਅਵੇ ਕਰਦੇ ਹੋ ਵੀ ਜੋਗਿੰਦਰ ਸਿੰਘ ਮਾਨ ਨੇ ਵੋਟਾਂ ਪਾਈਆਂ, ਸਾਬੀ ਵਾਲੀਆਂ ਨੇ ਪਾਈਆਂ, ਦਲਜੀਤ ਰਾਜੂ ਨੇ ਪਾਈਆਂ, ਪਰ ਕਾਂਗਰਸ ਦੇ ਜਿਹੜੇ ਲੀਡਰ ਆ, ਜਿਹੜੇ ਇਸ ਵੇਲੇ ਬਲਵਿੰਦਰ ਸਿੰਘ ਧਾਲੀਵਾਲ ਨਾਲ ਚੱਲਦੇ ਆ, ਮੈਂ ਨਾਂ ਲੈ ਕੇ ਗੱਲ ਕਰਦਾ, ਨਰੇਸ਼ ਭਾਰਦਵਾਜ, ਉਹ ਕਹਿੰਦੇ ਇਹਨਾਂ ਨੇ ਸਾਨੂੰ ਕੁਝ ਨਹੀਂ ਵੋਟਾਂ ਪਾਈਆਂ, ਸਾਡੇ ਨਾਲ ਚੱਲੇ ਨਹੀਂ। ਤੇ ਤੁਸੀਂ ਕਿਸ ਚੀਜ਼ ਦਾ ਦਾਅਵਾ ਕਰਦੇ ਹੋ? ਨਰੇਸ਼ ਭਾਰਦਵਾਜ ਜੀ ਨੂੰ ਹੁਣ ਪਤਾ ਲੱਗ ਜਾਣਾ ਪਤਾ ਉਹਨਾਂ ਨੂੰ ਕਿ ਕਿੰਨੇ ਕੁ ਬੰਦੇ ਉਹਨਾਂ ਨੇ ਜੋੜੇ ਆ, ਕਿੰਨਿਆਂ ਕੁ ਦੇ ਕੰਮ ਕਰਾਏ ਆ, ਕਿੰਨਾ ਵਰਕਰਾਂ ਦੇ ਨਾਲ ਉਹ ਖੜੇ ਹੋਏ ਆ। ਉਹ ਕਿਸੇ ਦੇ ਨਾਲ ਖੜੇ ਨਹੀਂ ਹੋਏ, ਉਹ ਸਿਰਫ ਕਮਾਊ ਪੁੱਤ ਸੀਗੇ। ਉਹਨਾਂ ਨੇ ਕਮਾਈਆਂ ਕੀਤੀਆਂ 2 ਸਾਲ ਦੇ ਵਿੱਚ, ਕਿਸੇ ਵਰਕਰ ਦਾ ਮਾਣ ਸਨਮਾਨ ਨਹੀਂ ਕੀਤਾ। ਜੇ ਉਹਨਾਂ ਨੇ ਕਿਸੇ ਦਾ ਕੰਮ ਕੀਤਾ, ਮੈਂ ਤੁਹਾਡੇ ਚੈਨਲ ਤੇ ਉਹਨਾਂ ਨੂੰ ਤੁਸੀਂ ਬੁਲਾ ਲਓ, ਮੈਂ ਉਹਨਾਂ ਨਾਲ ਬਹਿਸ ਕਰਨ ਨੂੰ ਤਿਆਰ ਹਾਂ, ਮੈਂ ਉਹਨਾਂ ਨੂੰ ਗੱਲਾਂ ਦੱਸਣ ਨੂੰ ਤਿਆਰ ਹਾਂ। ਲੋਕ ਤਾਂ ਇੱਥੇ ਇੰਨੇ ਕੁ ਦੁਖੀ ਆ ਕਿ ਜਿਨ੍ਹਾਂ ਲੋਕਾਂ ਨੇ ਪਟਵਾਰਖਾਨੇ ਪੈਸੇ ਦੇ ਕੇ ਆਪਣੇ ਇੰਤਕਾਲ ਕਰਾਏ, ਜਿਨ੍ਹਾਂ ਲੋਕਾਂ ਨੇ ਕਚਹਿਰੀਆਂ ਦੇ ਵਿੱਚ ਪੈਸੇ ਦੇ ਕੇ ਆਪਣੀਆਂ ਰਜਿਸਟਰੀਆਂ ਕਰਾਈਆਂ, ਜਿਨ੍ਹਾਂ ਲੋਕਾਂ ਨੇ ਆਪਣੇ ਪੈਸੇ ਦੇ ਕੇ ਨਕਸ਼ੇ ਨਗਰ ਨਿਗਮ ਤੋਂ ਪਾਸ ਕਰਾਏ, ਜਿਨ੍ਹਾਂ ਨੇ ਥਾਣਿਆਂ ਕਚਹਿਰੀਆਂ ਦੇ ਵਿੱਚ ਜਿਨ੍ਹਾਂ ਤੇ ਨਜਾਇਜ਼ ਪਰਚੇ ਹੋਏ ਆ, ਉਹ ਲੋਕ ਤੁਹਾਡੇ ਸਾਹਮਣੇ ਆਉਣਗੇ। ਉਹ ਲੋਕ ਇਹਨਾਂ ਨੂੰ ਜਵਾਬ ਦੇਣਗੇ ਕਿ ਜਿਹੜੀ 26,000 ਵੋਟ ਸੀ ਉਹ ਉਹਨਾਂ ਲੋਕਾਂ ਨੇ ਪਾਈ ਸੀ, ਨਾ ਕਿ ਇਹਨਾਂ ਨੇ ਪਾਈ ਸੀ। ਤੁਸੀਂ ਬੜੀ ਵੱਡੀ ਗੱਲ ਕਹੀ ਹੈ ਕਮਾਊ ਪੁੱਤ। ਥੋੜਾ ਦੱਸ ਸਕਦੇ ਹੋ ਕਮਾਊ ਪੁੱਤ ਕਿਸ ਤਰ੍ਹਾਂ, ਕਿੱਦਾਂ ਦੀ ਕਮਾਈ ਹੋਈ, ਕਿਹੜਾ ਤੁਸੀਂ ਕਹਿਣਾ ਕੀ ਚਾਹੁੰਦੇ ਹੋ? ਗੱਲ ਥੋੜਾ ਜਿਹਾ ਕਲੀਅਰ ਹੋਵੇ ਨਾ ਲੋਕਾਂ ਨੂੰ। ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਕਮਾਊ ਪੁੱਤ ਹੁੰਦਾ ਨਾ, ਉਹ ਸਾਰਿਆਂ ਨੂੰ ਪਿਆਰਾ ਹੁੰਦਾ। ਜਿਹੜੇ ਬਾਕੀ ਹੁੰਦੇ ਆ ਸਾਡੇ ਵਰਗੇ ਇਮਾਨਦਾਰੀ ਦੀਆਂ ਗੱਲਾਂ ਕਰਨ ਵਾਲੇ, ਉਹ ਕਿਸੇ ਨੂੰ ਪਿਆਰੇ ਨਹੀਂ ਲੱਗਦੇ। ਕਮਾਊ ਪੁੱਤ ਇਸ ਕਰਕੇ ਕਿ ਜਿਹੜੀ ਕਮਾਈ, ਜਿਹੜੇ ਕੰਮਾਂ ਦੇ ਅਸੀਂ ਪੈਸੇ ਲੈਂਦੇ ਸੀ, ਲੋਕਾਂ ਨੇ ਬਦਲੀਆਂ ਕਰਾਉਣ ਦੇ 20,000 ਰੁਪਈਆ ਦਿੱਤਾ, 30,000 ਰੁਪਈਆ ਦਿੱਤਾ, 50,000 ਰੁਪਏ ਦਿੱਤਾ, ਲੱਖ ਰੁਪਈਆ ਦਿੱਤਾ। ਔਰ ਕਈ ਅਫਸਰਾਂ ਦੇ ਕੋਲੋਂ ਪੈਸੇ ਮੁੜਾਏ ਵੀ ਗਏ। ਅਫਸਰਾਂ ਨੇ ਦਬਕਾ ਮਾਰ ਕੇ ਮੁੜਾਏ ਕਿ ਉੱਥੋਂ ਤੁਸੀਂ ਲੱਖ ਰੁਪਇਆ ਲੈ ਲਿਆ ਪਟਵਾਰੀ ਦੀ ਬਦਲੀ ਕਰਾਉਣ ਦਾ, ਉਹਨੂੰ ਪੈਸੇ ਵਾਪਸ ਕਰੋ। ਇੰਨਾ ਬੁਰਾ ਹਾਲ ਇਹਨਾਂ ਸਰਕਾਰੀ ਦਫ਼ਤਰਾਂ ਦੇ ਵਿੱਚ ਸੀ। ਲੋਕ ਬਹੁਤ ਹੀ ਜ਼ਿਆਦਾ ਇਸ ਭ੍ਰਸ਼ਟ ਸਿਸਟਮ ਤੋਂ ਤੰਗ ਸੀ। ਇਸ ਭ੍ਰਸ਼ਟ ਸਿਸਟਮ ਨੂੰ ਦੂਰ ਕਰਨ ਦੇ ਲਈ ਸਾਨੂੰ ਭਾਰਤੀ ਜਨਤਾ ਪਾਰਟੀ ਦੇ ਵਿੱਚ ਦੁਆਰਾ ਆਉਣਾ ਪਿਆ। ਇੱਕ ਹੋਰ ਬੜੀ ਚਰਚਾ ਚੱਲ ਰਹੀ ਹੈ, ਕਲੀਅਰ ਤੁਸੀਂ ਕਰਦੇ ਹੋ ਸੱਚ ਆ ਕਿ ਝੂਠ ਆ ਬਈ? ਬਹੁਤ ਸਾਰੇ ਲੋਕ ਕਹਿੰਦੇ ਆ ਵੀ ਤੁਹਾਡੇ ਕੋਲ ਕੋਈ ਐਫੀਡੇਵਿਟ ਵੀ ਆਏ ਆ, ਕੋਈ ਬਈ ਸਾਡੇ ਨਾਲ ਕੋਈ ਲੈਣ ਦੇਣ ਹੋਇਆ ਜਾਂ ਕਿੱਦਾਂ, ਇਹ ਸੱਚ ਆ ਕਿ ਝੂਠ ਆ? ਬਿਲਕੁਲ ਸਾਡੇ ਕੋਲ 2-4 ਬੰਦਿਆਂ ਦੇ ਐਫੀਡੇਵਿਟ ਆ ਗਏ ਆ। ਉਹਨਾਂ ਨੇ ਸਾਨੂੰ ਕਿਹਾ ਕਿ ਸਾਡੇ ਕੋਲੋਂ ਫਲਾਨੀ ਜਗ੍ਹਾ ਤੇ ਫਲਾਨੇ ਬੰਦੇ ਕੋਲ ਇੰਨੇ ਪੈਸੇ ਲੈ ਕੇ ਸਾਡੀ ਬਦਲੀ ਕਰਾਈ, ਸਾਡਾ ਕੰਮ ਕਰਾਇਆ, ਸਾਡਾ ਜਿਹੜਾ ਗਲਤ ਨਕਸ਼ਾ ਸਾਡਾ ਪਾਸ ਨਹੀਂ ਸੀ ਹੁੰਦਾ। ਇਹ ਕਹਿੰਦੇ ਸਾਡਾ ਨਕਸ਼ਾ ਕੋਈ ਨਹੀਂ, ਤੁਸੀਂ ਉੱਦਾਂ ਹੀ ਬਿਲਡਿੰਗ ਬਣਾਓ, ਪੈਸੇ ਦੇ ਦਿਓ। ਇਦਾਂ ਦੇ ਬੰਦੇ ਵੀ ਸਾਡੇ ਕੋਲ ਆਏ ਆ ਜਿਨ੍ਹਾਂ ਨੇ ਸਾਨੂੰ ਕਿਹਾ ਕਿ ਸਾਡੇ ਕੋਲ ਪੈਸੇ ਲੈ ਕੇ ਸਾਨੂੰ ਇਹਨਾਂ ਨੇ ਬਿਲਡਿੰਗਾਂ ਬਣਾਈਆਂ, ਨਕਸ਼ਾ ਸਾਡਾ ਪਾਸ ਨਹੀਂ ਹੋਇਆ। ਇਹ ਬਹੁਤ ਬੰਦੇ ਨੇ। ਇਹਦਾ ਖੁਲਾਸਾ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਸਾਹਮਣੇ ਕੀਤਾ ਜਾਊਗਾ। ਬਿੱਟੂ ਜੀ, ਤੁਹਾਡੇ ਕੋਲ ਵੀ ਕਾਫੀ ਵੋਟ ਬੈਂਕ ਆ, ਤੁਸੀਂ ਆਪਣੇ ਕਾਫੀ ਵੱਡੇ ਪੱਧਰ ਤੇ ਜਿਤਾਇਆ ਵੀ ਸੀਗਾ। 2 ਕੌਂਸਲਰ ਆ, ਤੁਸੀਂ 7 ਗਏ ਸੀਗੇ, ਬਾਕੀਆਂ ਨੂੰ ਸੰਪਰਕ ਕੀਤਾ ਜਾ ਰਿਹਾ ਜਾਂ ਤੁਸੀਂ 2 ਹੀ ਸ਼ਾਮਲ ਹੋਵੋਗੇ? ਬੀਜੇਪੀ 'ਚ ਸ਼ਾਮਲ ਹੋ ਚੁੱਕੇ ਆ ਤੁਸੀਂ? ਅਸੀਂ ਤਾਂ ਸ਼ਾਮਲ ਹੋ ਚੁੱਕੇ ਹਾਂ। ਬਾਕੀਆਂ ਦੀ ਗੱਲ ਤਾਂ ਇਦਾਂ ਆ,
ਉਹਨਾਂ ਦੀ ਪਾਰਟੀ ਜਿਹੜਾ ਬੀਜੇਪੀ ਨੂੰ ਪਿਆਰ ਕਰਦਾ ਆ ਉਹ ਬੀਜੇਪੀ 'ਚ ਜ਼ਰੂਰ ਆਊਗਾ, ਜਿਹੜਾ ਇਮਾਨਦਾਰੀ ਨੂੰ ਪਿਆਰ ਕਰਦਾ ਉਹ ਬੀਜੇਪੀ 'ਚ ਜ਼ਰੂਰ ਆਏਗਾ। ਤੇ ਤੁਹਾਡਾ ਕਾਫੀ ਪਿਆਰ ਰਿਹਾ ਆ ਦਲਜੀਤ ਰਾਜੂ ਦੀ ਆਪਾਂ ਗੱਲ ਕਰ ਲੈਂਦੇ ਆ। ਤੁਸੀਂ ਜਦੋਂ ਬਲਵਿੰਦਰ ਧਾਲੀਵਾਲ ਤੋਂ ਨਾਰਾਜ਼ ਹੋਏ ਤੁਸੀਂ ਦਲਜੀਤ ਰਾਜੂ ਦੇ ਨਾਲ ਰਹੇ ਹੋ, ਹਰਜੀਤ ਪਰਮਾਰ ਦੇ ਨਾਲ ਰਹੇ ਹੋ, ਸਾਬੀ ਵਾਲੀਆ ਨਾਲ ਰਹੇ ਹੋ। ਚਰਚਾਵਾਂ ਇਹ ਸੀਗੀਆਂ ਵੀ ਜਿੱਥੇ ਦਲਜੀਤ ਰਾਜੂ ਜਾਊਗਾ ਉੱਥੇ ਹੀ ਓਮ ਪ੍ਰਕਾਸ਼ ਬਿੱਟੂ ਜਾਊਗਾ, ਗੁਰਦੀਪ ਦੀਪਾ ਜਾਊਗਾ, ਜਿੱਥੇ ਗੁਰਦੀਪ ਦੀਪਾ ਬਿੱਟੂ ਜਾਣਗੇ ਉੱਥੇ ਰਾਜੂ ਜਾਊਗਾ। ਕੋਈ ਇਦਾਂ ਦੀ ਸੰਭਾਵਨਾ ਵੀ ਰਾਜੂ ਕਾਂਗਰਸ ਛੱਡ ਸਕਦਾ, ਆ ਸਕਦਾ ਭਾਜਪਾ ਜਾਂ ਹੋਰ ਪਾਰਟੀ ਜਾ ਸਕਦਾ? ਕੋਈ ਇਦਾਂ ਦੀ ਗੱਲਬਾਤ ਹੋਈ ਤੁਹਾਡੀ? ਨਹੀਂ, ਰਾਜੂ ਨਾਲ ਹਲੇ ਸਾਡੀ ਕੋਈ ਗੱਲ ਨਹੀਂ ਹੋਈ, ਪਰ ਐਜ਼ ਏ ਮੈਨ ਰਾਜੂ ਬਹੁਤ ਵਧੀਆ ਇਨਸਾਨ ਆ, ਸਾਡਾ ਮਿੱਤਰ ਆ। ਮੈਂ ਉਹਨੂੰ ਬੇਨਤੀ ਕਰਾਂਗਾ ਕਿ ਰਾਜੂ ਜਿੱਥੇ ਮਰਜ਼ੀ ਜਾਈਂ, ਇਮਾਨਦਾਰੀ ਦਾ ਸਾਥ ਦੇਈਂ, ਭ੍ਰਸ਼ਟ ਲੋਕਾਂ ਦੇ ਡਟ ਕੇ ਮੁਕਾਬਲੇ 'ਚ ਖੜਾ ਹੋਈ। ਇਹਨਾਂ ਭ੍ਰਸ਼ਟ ਸਿਸਟਮ ਨੂੰ ਖਤਮ ਕਰਨਾ ਹੈ ਆਪਾਂ। ਉਹਦਾ ਰਸਤਾ ਕੋਈ ਹੋਰ ਹੋ ਸਕਦਾ ਸਾਡੇ ਤੋਂ ਅਲੱਗ, ਪਰ ਗੱਲ ਅਸੀਂ ਪਹੁੰਚਣਾ ਸੀ ਇੱਕੋ ਹੀ ਜਗ੍ਹਾ ਤੇ ਆ। ਪਹੁੰਚਣਾ ਉਸੇ ਰਸਤੇ ਆ ਜਿੱਥੇ ਭ੍ਰਸ਼ਟ ਸਿਸਟਮ ਨੂੰ ਖਤਮ ਕਰਨਾ, ਭ੍ਰਸ਼ਟਾਚਾਰ ਨੂੰ ਦੂਰ ਕਰਨਾ, ਇਹਨਾਂ ਲੋਕਾਂ ਨੂੰ ਫਗਵਾੜੇ ਦੇ ਵਿੱਚੋਂ ਦੂਰ ਭਜਾ ਕੇ ਲੋਕਾਂ ਨੂੰ ਸਾਫ਼, ਸੁੰਦਰ ਤੇ ਸਵੱਛ ਸਰਕਾਰ ਦੇਣ ਦਾ ਜਿਹੜਾ ਸਿਸਟਮ ਬਣਾਇਆ ਆ ਅਸੀਂ, ਉਸ ਜੋ ਸਾਡੀ ਇਹ ਸੋਚ ਆ ਉਹਨੂੰ ਅਸੀਂ ਇਹ ਦੂਰ ਕਰਕੇ ਲੋਕਾਂ ਨੂੰ ਇੱਕ ਸਾਫ਼ ਸੁਥਰਾ। ਫਗਵਾੜੇ ਕਾਂਗਰਸ ਪਾਰਟੀ ਕਹਿੰਦੀ ਸੀ ਵੀ ਇਕੱਠੇ ਹੋ ਚੱਲਣਾ, ਸਾਡੀ ਧੜੇਬੰਦੀ ਖਤਮ ਕਰ ਦੇਣੀ ਆ, ਪਿਆਰ ਦੇ ਨਾਲ ਚੱਲਣਾ। ਦਲਜੀਤ ਰਾਜੂ ਜਿਹੜਾ ਰਾਤ ਨੂੰ ਪਰਚਾ ਹੋਇਆ ਥਾਣੇ ਦਾ ਘਰਾ ਕਰਕੇ ਕੀਤਾ ਗਿਆ, ਉਹ ਠੀਕ ਸੀ ਜਾਂ ਗਲਤ ਸੀ? ਬਹੁਤ ਗਲਤ ਹੋਇਆ। ਇੱਕ ਜ਼ਿਲ੍ਹਾ ਪ੍ਰਧਾਨ ਜਿਹੜਾ ਹੋਵੇ ਉਹਦੇ ਤੇ ਇਹ 2-4 ਬੰਦੇ ਬੈਠ ਕੇ ਉੱਤੇ ਇੱਕ ਪਰਚਾ ਕਰਾਉਣ, ਉਹ ਵੀ ਨਜਾਇਜ਼, ਜਿਹੜਾ ਉਹਨੂੰ ਪਤਾ ਵੀ ਨਹੀਂ ਸੀ ਕਿਸੇ ਗੱਲ ਦਾ ਰਾਜੂ ਦਰਵੇਸ਼ ਪਿੰਡ ਨੂੰ ਪਤਾ ਵੀ ਨਹੀਂ ਸੀਗਾ, ਇਹ ਪਰਚਾ ਕਰਾਇਆ। ਮੈਂ ਤੁਹਾਨੂੰ ਅੱਜ ਤੁਹਾਡੇ ਮਾਧਿਅਮ ਨਾਲ ਰਾਹੀਂ ਦੱਸਦਾ ਕਿ ਜਿਹੜੇ ਪਰਚੇ ਕਰਾਉਣ ਵਾਲੇ ਲੀਡਰ ਹੁੰਦੇ ਆ ਨਾ, ਉਹ ਕਦੀ ਲੋਕ ਉਹਨਾਂ ਨੂੰ ਬਖਸ਼ਦੇ ਨਹੀਂ ਆ। ਔਰ ਤੇ ਜੇ ਇਮਾਨਦਾਰ ਬੰਦੇ ਤੇ ਤੁਸੀਂ ਪਰਚਾ ਕਰਾਇਆ, ਉਹਦਾ ਤਾਂ ਪ੍ਰਮਾਤਮਾ ਵੀ ਸਾਥ ਦਿੰਦਾ। ਔਰ ਰਾਜੂ ਦਾ ਲੋਕਾਂ ਦੇ ਨਾਲ ਬੜਾ ਪਿਆਰ ਆ, ਉਹ ਖੜੇ ਹੋਏ ਆ ਲੋਕ ਉਹਨਾਂ। ਔਰ ਮੈਂ ਤੁਹਾਡੇ ਮਾਧਿਅਮ ਦੇ ਨਾਲ ਪਰਚੇ ਵਾਲੇ ਜਿਹੜੇ ਇਹ ਸਾਹਿਬ ਜੀ, ਨਵੇਂ ਪਰਚਿਆਂ ਵਾਲੇ ਸਾਹਿਬ ਜੀ ਆਏ ਆ, ਇਹਨਾਂ ਨੂੰ ਬੇਨਤੀ ਕਰਾਂਗਾ ਕਿ ਪਰਚਿਆਂ ਵਾਲੀ ਰਾਜਨੀਤੀ ਨਾ ਕਰੋ, ਲੋਕਾਂ ਦੇ ਪਿਆਰ ਨਾਲ ਮਨਾਂ ਦੇ ਵਿੱਚ ਵੜੋ, ਨਾ ਕਿ ਤੁਸੀਂ ਛੱਡ ਕੇ ਆਏ ਹੋ। ਤੁਹਾਡੇ ਕਾਂਗਰਸ ਦੇ ਲੀਡਰ ਜਿਹੜੇ ਕੌਂਸਲਰ ਰਹਿ ਚੁੱਕੇ ਆ ਜਾਂ ਜਿਨ੍ਹਾਂ ਨੇ ਕੌਂਸਲਰ ਲਾਣਾ, ਉਹ ਤਾਂ ਦੋਨੇ ਹੀ ਬਾਹਾਂ ਖੜੀਆਂ ਕਰਕੇ ਭਾਵੇਂ ਕਹਿੰਦੇ ਲੈਟਾਂ ਵਾਲੇ ਚੌਂਚ ਖੜੇ ਕਰ ਲਓ, ਉਹ ਤਾਂ ਸ਼ਰੇਆਮ ਇਹ ਗੱਲ ਕਹਿ ਰਹੇ ਆ ਬਈ ਬਲਵਿੰਦਰ ਸਿੰਘ ਧਾਲੀਵਾਲ ਵਿਕਾਸ ਦੇ ਮਸੀਹਾ ਆ, ਵੀ ਇੰਨਾ ਵਿਕਾਸ ਕਰਤਾ ਅਜੇ ਤੱਕ ਕਿਸੇ ਨੇ ਫਗਵਾੜੇ ਵਿੱਚ ਕੀਤਾ ਨਹੀਂ ਹੈਗਾ, ਹੋਰ ਸਮਾਂ ਦੇ ਦਿਓ ਬਈ, ਹੁਣ ਤਾਂ ਫਗਵਾੜੇ ਬਦਲ ਦਿਆਂਗੇ। ਯਾਰ ਤੁਸੀਂ ਵਿਕਾਸ ਦੇ ਮਸੀਹਾ ਨੂੰ ਛੱਡ ਕੇ ਆ ਗਏ ਹੋ, ਕਦੇ ਹੋਇਆ ਨਹੀਂ ਮਨ ਨੂੰ? ਚਲੋ ਜੇ ਉਹ ਕਹਿੰਦੇ ਆ ਵਿਕਾਸ ਹੋਇਆ, ਆਪਾਂ ਤੁਹਾਡੇ ਮਾਧਿਅਮ ਨਾਲ ਤੁਸੀਂ ਆਪਣਾ ਕੈਮਰਾ, ਤੁਸੀਂ ਆਪਣੇ ਸਾਥੀਆਂ ਨੂੰ ਨਾਲ ਲੈ ਲਿਓ, ਉਹਨਾਂ ਦਾ ਕੋਈ ਸਾਥੀ ਆ ਜਾਵੇ, ਅਸੀਂ ਵੀ ਤੁਰ ਪਵਾਂਗੇ। ਫਗਵਾੜੇ ਦਾ ਵਿਕਾਸ ਉਹ ਸਾਨੂੰ ਦਿਖਾ ਦੇਣ, ਅਸੀਂ ਉਹਨਾਂ ਨੂੰ ਦਿਖਾ ਦਾਂਗੇ ਵਿਕਾਸ ਕਿੱਥੇ ਹੋਇਆ। ਵਿਕਾਸ ਉਹਨਾਂ ਲੋਕਾਂ ਦਾ ਹੋਇਆ ਜਿਹੜੇ 2-3 ਜੁੰਡਲੀ ਦੇ ਆਲੇ ਦੁਆਲੇ ਬੰਦੇ ਸੀ, ਉਹਨਾਂ ਨੇ ਵਿਕਾਸ ਕੀਤਾ, ਉਹਨਾਂ ਨੇ ਆਪਣੇ ਮਹਿਲ ਖੜੇ ਕੀਤੇ, ਉਹਨਾਂ ਨੇ ਆਪਣੀਆਂ ਗੱਡੀਆਂ ਲਗਜ਼ਰੀ ਲਈਆਂ, ਉਹਨਾਂ ਨੇ ਵਿਕਾਸ ਕੀਤਾ, ਜਿਨ੍ਹਾਂ ਦੀ ਐਨਕ 2 ਸਾਲ ਉਤਰੀ ਨਹੀਂ ਚਿਹਰੇ ਤੋਂ। ਵਿਕਾਸ ਉਹਨਾਂ ਦਾ ਹੋਇਆ, ਲੋਕਾਂ ਦਾ ਕੋਈ ਵਿਕਾਸ ਨਹੀਂ ਹੋਇਆ। ਲੋਕਾਂ ਦੇ ਵਿੱਚ ਜਾਓ, ਚਲੋ ਬੱਸ ਸਟੈਂਡ ਤੇ, ਚਲੋ ਬਾਜ਼ਾਰਾਂ ਦੇ ਵਿੱਚ, ਚਲੋ ਮੁਹੱਲਿਆਂ ਦੇ ਵਿੱਚ, ਚਲੋ ਗਰੀਬ ਬਸਤੀਆਂ ਦੇ ਵਿੱਚ ਜਾ ਕੇ ਦੇਖੀਏ ਵਿਕਾਸ ਕਿਹਦਾ ਹੋਇਆ। ਤੁਸੀਂ ਇਲਜ਼ਾਮ ਲਾ ਰਹੇ ਹੋ ਵੀ ਕੋਠੀਆਂ ਬਣਾਈਆਂ, ਗੱਡੀਆਂ ਲਈਆਂ, ਜਦੋਂ ਤੁਸੀਂ ਕਾਂਗਰਸ ਦੇ ਵਿੱਚ ਸੀ ਕਦੇ ਐਮਐਲਏ ਧਾਲੀਵਾਲ ਸਾਹਿਬ ਨਾਲ ਗੱਲ ਕੀਤੀ ਨਹੀਂ ਤੁਸੀਂ? ਉਦੋਂ ਕਰਨੀ ਚਾਹੀਦੀ ਸੀ। ਬਹੁਤ ਵਾਰ ਇਹ ਗੱਲ ਕੀਤੀ ਆ। ਅਸੀਂ ਇੱਕ ਸਥਾਨ ਤੇ ਬੈਠੇ, ਹੋਟਲ ਦੇ ਵਿੱਚ ਬੈਠੇ, ਉਹਨਾਂ ਨੂੰ ਦੱਸਿਆ ਕਿ ਤੁਹਾਡੇ ਨਾਂ ਦੇ ਉੱਪਰ ਆ ਹੋ ਰਿਹਾ, ਤੁਹਾਡੇ ਆ ਕਰ ਰਹੇ ਆ, ਪਤਾ ਹੋਣ ਦੇ ਬਾਵਜੂਦ ਵੀ ਉਹੀ ਗੱਲ ਆ ਗਈ, ਕਮਾਊ ਪੁੱਤ ਨੂੰ ਕੋਈ ਪਰੇ ਨਹੀਂ ਕਰਦਾ, ਕਮਾਊ ਪੁੱਤ ਨੂੰ ਹਮੇਸ਼ਾ ਹੀ ਗੱਲ ਲਾਇਆ ਜਾਂਦਾ। ਭਾਜਪਾ ਦੀ ਕਿੱਦਾਂ ਲੜਾਈ ਬਣੂਗੀ ਫਗਵਾੜਾ ਦੇ ਵਿੱਚ, ਕਿਉਂਕਿ ਪੰਜੇ ਦਿੱਗਜ ਲੀਡਰ ਆ, ਚਾਹੇ ਤੁਸੀਂ ਧਾਲੀਵਾਲ ਸਾਹਿਬ ਨੂੰ ਛੱਡ ਕੇ ਆ ਗਏ ਹੋ, ਪਰ ਧਾਲੀਵਾਲ ਸਾਹਿਬ ਦਾ ਇੱਕ ਹੈਗਾ ਵਜਨ ਲੀਡਰ ਐਮਐਲਏ ਰਹੇ ਆ। ਦੂਜੇ ਪਾਸੇ ਜਸਵੀਰ ਸਿੰਘ ਗੜੀ ਬਸਪਾ ਦੇ ਪ੍ਰਧਾਨ ਆ, ਵਿਜੇ ਸਾਂਪਲਾ ਵੱਡਾ ਚਿਹਰਾ ਆ, ਇਸ ਨੂੰ ਕੋਈ ਨਕਾਰ ਨਹੀਂ ਸਕਦਾ। ਜਰਨੈਲ ਨੰਗਲ ਹੈਗੇ ਆ, ਜੋਗਿੰਦਰ ਸਿੰਘ ਮਾਨ ਹੈ, ਕਈ ਵਾਰ ਮੰਤਰੀ ਰਹੇ ਆ। ਜੇ ਸਭ ਤੋਂ ਪਹਿਲਾਂ ਤੁਹਾਡਾ ਮੈਂ ਪ੍ਰਤੀਕਰਮ ਲਵਾਂ, ਜਸਵੀਰ ਗੜੀ ਨੂੰ ਕਿੱਡਾ ਚੈਲੰਜ ਮੰਨਦੇ ਆ ਤੁਸੀਂ? ਜਸਵੀਰ ਗੜੀ ਜੀ ਨੂੰ ਮੈਂ ਚੈਲੰਜ ਨਹੀਂ ਮੰਨਦਾ। ਹਾਂ, ਜਸਵੀਰ ਗੜੀ ਜੀ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਨੇ, ਅਕਾਲੀ ਦਲ ਦੇ ਨਾਲ ਉਹਨਾਂ ਦਾ ਸਮਝੌਤਾ ਹੋਇਆ, ਔਰ ਅੱਜ ਤੋਂ 2-2.5 ਮਹੀਨੇ ਪਹਿਲਾਂ ਉਹਨਾਂ ਦੀ ਟਿਕਟ ਅਨਾਉਂਸ ਹੋ ਗਈ ਸੀ। ਉਹਨਾਂ ਨੇ ਕੰਮ ਆਪਣਾ ਫਗਵਾੜੇ ਬਹੁਤ ਪਹਿਲਾਂ ਸ਼ੁਰੂ ਕੀਤਾ ਹੋਇਆ, ਇਸ ਕਰਕੇ ਉਹ ਥੋੜਾ ਜਿਹਾ ਇਹ ਲੱਗਦਾ ਹੈ ਕਿ ਥੋੜਾ ਅੱਗੇ ਜਾ ਰਹੇ ਆ, ਇਸ ਕਰਕੇ ਉਹਨਾਂ ਨੇ ਕੰਮ ਬਹੁਤ ਕਰ ਰਹੇ। ਉਹਨਾਂ ਨੇ ਲੋਕਾਂ ਨੂੰ ਇੱਕ ਵਾਰੀ 2 ਵਾਰੀ ਮਿਲ ਲਿਆ, ਪਰ ਵਿਜੇ ਸਾਂਪਲਾ ਜੀ ਦੇ ਆਉਣ ਤੋਂ ਬਾਅਦ ਫਗਵਾੜੇ ਦਾ ਸਮੀਕਰਨ ਬਦਲਿਆ, ਕਿਉਂਕਿ ਵਿਜੇ ਸਾਂਪਲਾ ਜੀ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਆ, ਔਰ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਮਜ਼ਬੂਤ ਆ। ਜਿਹੜੀ ਭਾਰਤੀ ਜਨਤਾ ਪਾਰਟੀ ਦੀ ਵੋਟ ਆ ਉਹ ਸ਼ਹਿਰੀ ਵੋਟ ਆ, ਔਰ ਫਗਵਾੜਾ ਜਿਹੜਾ ਸ਼ਹਿਰ ਆ ਹਮੇਸ਼ਾ ਹੀ ਭਾਰਤੀ ਜਨਤਾ ਪਾਰਟੀ ਦੇ ਨਾਲ ਖੜਾ ਆ ਤੇ ਖੜਾ ਰਹੂਗਾ। ਪਿੰਡਾਂ 'ਚ ਨੁਕਸਾਨ ਨਹੀਂ ਹੋ ਰਿਹਾ? ਇਹ ਪਿੰਡਾਂ ਦੀ ਜਿਹੜਾ ਕਿਸਾਨ ਅੰਦੋਲਨ ਕਰਕੇ ਪਿੰਡਾਂ ਦੇ ਵਿੱਚੋਂ ਕੁਝ ਵੋਟ ਘਟੀ ਆ। ਵਿਜੇ ਸਾਂਪਲਾ ਜੀ ਨੂੰ ਇੱਕ ਜਿਹੜਾ ਉਹਨਾਂ ਦਾ
ਜਿਹੜਾ ਉਹਨਾਂ ਦੀ ਸਮਾਜ ਆ, ਜਿਹੜਾ ਜਿਸ ਸਮਾਜ ਚੋਂ ਆਉਂਦੇ ਆ, ਜਿਹੜੇ ਉਹ ਦਲਿਤ ਭਾਈਚਾਰੇ ਤੋਂ ਆਉਂਦੇ ਆ, ਉਹ ਭਾਈਚਾਰਾ ਉਹਨਾਂ ਦੇ ਨਾਲ ਖੜਾ ਆ। ਉਹ ਵੋਟ ਉਹਨਾਂ ਦੀ ਪਿੰਡਾਂ ਦੇ ਵਿੱਚੋਂ ਵੋਟ ਉਹਨਾਂ ਨੂੰ ਪੈਣੀ ਆ, ਸ਼ਹਿਰ ਦੇ ਵਿੱਚੋਂ ਵੀ ਵੋਟ ਪੈਣੀ ਆ। ਔਰ ਮੈਨੂੰ ਲੱਗਦਾ ਹੈ ਕਿ ਜਿਹੜਾ ਇਹ ਮੁਕਾਬਲਾ ਆ ਬਹੁਤ ਰੋਚਕ ਹੋਊਗਾ। ਔਰ ਰੋਚਕ ਮੁਕਾਬਲੇ ਦੇ ਵਿੱਚ ਲੋਕ ਉਸ ਬੰਦੇ ਨੂੰ ਹਮੇਸ਼ਾ ਚੁਣਦੇ ਹੁੰਦੇ ਆ ਜਿਹੜਾ ਇਮਾਨਦਾਰ ਹੋਵੇ, ਲੋਕਾਂ ਦੇ ਨਾਲ ਖੜਾ ਹੋਵੇ, ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਖੜਨ ਵਾਲਾ ਹੋਵੇ। ਔਰ ਵਿਜੇ ਸਾਂਪਲਾ ਜੀ ਹਮੇਸ਼ਾ ਹੀ ਲੋਕਾਂ ਦੇ ਸੁੱਖ ਦੇ ਵਿੱਚ ਚਾਹੇ ਆਉਣ ਨਾ ਆਉਣ, ਹਮੇਸ਼ਾ ਹੀ ਦੁੱਖ ਦੇ ਵਿੱਚ ਉਹਨਾਂ ਨੇ ਬਾਹ ਫੜੀ ਆ। ਉਹਦੇ ਸਾਰੇ ਹੀ ਵਰਕਰ ਇਸ ਗੱਲ ਦੇ ਹਮ। ਤਜਰਬਾ ਕਾਫੀ ਆ, ਤੁਸੀਂ ਕਿੰਨੇ ਚਿਰ ਤੋਂ ਹੈਗੇ ਆ ਇਲੈਕਸ਼ਨ ਦੇ ਵਿੱਚ? ਜਸਵੀਰ ਸਿੰਘ ਗੜੀ, ਬਲਵਿੰਦਰ ਸਿੰਘ ਢਾਲੀਵਾਲ, ਜੋਗਿੰਦਰ ਸਿੰਘ ਮਾਨ, ਜਰਨੈਲ ਨੰਗਲ ਤੇ ਵਿਜੇ ਸਾਂਪਲਾ, ਮੁਕਾਬਲਾ ਕਿਹਨਾਂ ਦਾ ਮੰਨਦੇ ਹੋ? ਤੁਹਾਨੂੰ ਕੀ ਲੱਗਦਾ ਪਹਿਲੇ ਨੰਬਰ ਤੇ ਕੌਣ, ਦੂਜੇ ਤੇ ਕੌਣ, ਤੀਜੇ ਤੇ ਕੌਣ? ਕੋਈ ਕੀਤਾ ਇਦਾਂ ਦਾ ਕੱਢਿਆ ਕੁਛ? ਪਹਿਲਾ, ਦੂਜਾ, ਤੀਜਾ ਨੰਬਰ ਤਾਂ ਦੇਖੋ ਲੋਕਾਂ ਨੇ ਦੇਣਾ। ਜਦੋਂ ਲੋਕਤੰਤਰ ਹੋਵੇ, ਲੋਕਤੰਤਰ ਦੇ ਵਿੱਚ ਵੋਟਾਂ ਦੇ ਰਾਜ ਹੋਵੇ, ਲੋਕਾਂ ਨੇ ਦੇਣਾ। ਉਹਦੇ ਵਿੱਚ ਅਸੀਂ ਨਹੀਂ ਦੱਸ ਸਕਦੇ। ਹਾਂ, ਮੈਂ ਜੇ ਤੁਸੀਂ ਮੈਨੂੰ ਆਪਣਾ ਪਰਸਨਲ ਪੁੱਛੋ ਤਾਂ ਮੈਨੂੰ ਲੱਗਦਾ ਆ ਕਿ ਜਸਵੀਰ ਸਿੰਘ ਗੜੀ ਤੇ ਜੋਗਿੰਦਰ ਸਿੰਘ ਮਾਨ ਤੇ ਵਿਜੇ ਸਾਂਪਲਾ, ਇਹਨਾਂ ਦੇ ਵਿੱਚ ਤਿਕੋਣਾ ਮੁਕਾਬਲਾ ਫਗਵਾੜੇ 'ਚ ਹੋਣ ਜਾ ਰਿਹਾ। ਤੇ ਜਿਹੜੇ ਤੁਹਾਡੇ ਮੌਜੂਦਾ ਐਮਐਲਏ ਸੀ, ਤੁਹਾਡੇ ਮਿਸੀ ਮੀਨਸ ਤੁਸੀਂ ਕਾਂਗਰਸ ਤੋਂ ਸੀ, ਹੁਣ ਤੁਸੀਂ ਭਾਜਪਾ ਜਾ ਗਏ ਹੋ। ਮੌਜੂਦਾ ਐਮਐਲਏ ਬਲਵਿੰਦਰ ਢਾਲੀਵਾਲ ਤੇ ਉਹ ਕਹਿੰਦੇ ਵਿਕਾਸ ਬੜਾ ਕੀਤਾ, ਤੁਸੀਂ ਉਹਨਾਂ ਨੂੰ ਚੌਥੇ ਪੰਜਵੇਂ ਤੇ ਕਰੀ ਜਾਂਦੇ ਹੋ। ਨਹੀਂ, ਮੈਂ ਨਹੀਂ ਕਰਦਾ, ਲੋਕਾਂ ਨੇ ਕਰਨਾ। ਕਿਉਂ? ਦੇਖੋ ਤਗੜ ਜੀ, ਜਿਨ੍ਹਾਂ ਲੋਕਾਂ ਨੇ ਪੈਸੇ ਦੇ ਕੇ ਕੰਮ ਕਰਾਏ ਹੁੰਦੇ ਨਾ, ਥਾਣਿਆਂ ਕਚਹਿਰੀਆਂ 'ਚ ਤੇ ਨਗਰ ਨਿਗਮ ਦੇ ਵਿੱਚ, ਉਹ ਲੋਕ ਵੋਟ ਨਹੀਂ ਪਾਉਂਦੇ। ਜਿਸ ਬੰਦੇ ਨੇ ਬਾਰ-ਬਾਰ ਧੱਕੇ ਖਾਦੇ ਹੋਣ, ਪਟਵਾਰਖਾਨੇ, ਜਿਸ ਬੰਦੇ ਨੇ ਇਹਨਾਂ ਤਹਿਸੀਲਦਾਰਾਂ ਦੇ ਕੋਲ 2-2 ਲੱਖ 50-50 ਹਜ਼ਾਰ ਦੇ ਕੇ ਰਜਿਸਟਰੀਆਂ ਕਰਾਈਆਂ ਹੋਣ, ਉਹ ਕਦੀ ਵੀ ਵੋਟ ਨਹੀਂ ਪਾਉਂਦਾ। ਇਸ ਗੱਲ ਨੂੰ ਛੱਡ ਦਿਓ। ਬਾਕੀ ਰਹੀ ਪਿੰਡਾਂ ਦੀ ਗੱਲ, ਪਿੰਡਾਂ ਦੇ ਵਿੱਚ ਕਾਂਗਰਸ ਦੀ ਬਹੁਤ ਮਾੜੀ ਪੋਜੀਸ਼ਨ ਆ। ਪਿੰਡਾਂ 'ਚੋਂ ਕਾਂਗਰਸ 10,000 ਤੋਂ ਅੱਪ ਜਿੱਤ ਕੇ ਆਈ ਸੀ। ਇਹ ਗੱਲਾਂ ਕਰਨੀਆਂ ਸੌਖੀਆਂ ਸੀ, ਜਿੱਤ ਜਾਣਾ। ਕੋਈ ਵਿਸ਼ਲੇਸ਼ਣ ਤਾਂ ਕਰੇ ਨਾ। 10,000 ਤੋਂ ਜਿੱਤ ਕੇ ਆਈ ਸੀ। ਇਸ ਵੇਲੇ ਕਾਂਗਰਸ ਪਿੰਡਾਂ 'ਚ ਹੈ ਹੀ ਨਹੀਂ। ਪਿੰਡਾਂ 'ਚ ਕਿੱਥੇ ਕਾਂਗਰਸ ਪਿੰਡਾਂ 'ਚੋਂ ਹਾਰ ਕੇ ਆਊਗੀ। ਸ਼ਹਿਰ 'ਚ ਉਹਨਾਂ ਕੋਲ ਪੂਰੀਆਂ ਨਹੀਂ ਹੋਣੀਆਂ। ਜੋਗਿੰਦਰ ਮਾਨ ਕੋਈ ਨੁਕਸਾਨ ਕਰ ਰਿਹਾ ਕਾਂਗਰਸ ਦਾ ਜਾਂ ਨਹੀਂ, ਜਾਂ ਝਾੜੂ ਹੀ? ਬਹੁਤ ਵੱਡਾ ਨੁਕਸਾਨ ਜੋ ਜੋਗਿੰਦਰ ਮਾਨ ਨੇ ਕਰਨਾ, ਉਹ ਸਾਰਾ ਦਾ ਸਾਰਾ ਕਾਂਗਰਸ ਦਾ ਕਰਨਾ। ਜੋਗਿੰਦਰ ਮਾਨ ਨੇ ਜਿੰਨਾ ਵੀ ਨੁਕਸਾਨ ਕਰਨਾ, ਕਾਂਗਰਸ ਦਾ ਕਰਨਾ। ਔਰ ਪਿਛਲੀਆਂ ਇੰਨੇ ਦਿਨਾਂ ਦੀਆਂ ਮੀਟਿੰਗਾਂ ਦੇਖ ਲਓ, ਜਿੰਨੇ ਵੀ ਬੰਦੇ ਸ਼ਾਮਲ ਹੋਏ ਆ ਆਪ ਪਾਰਟੀ ਦੇ ਵਿੱਚ, ਉਹ ਸਾਰੇ ਹੀ ਕਾਂਗਰਸ ਦੇ ਬੰਦੇ ਸ਼ਾਮਲ ਹੋਏ ਆ। ਕਾਂਗਰਸ ਦੇ ਉਹ ਬੰਦੇ ਜਿਹੜੇ 20 25 30 ਸਾਲਾਂ ਤੋਂ ਕਾਂਗਰਸ ਨੂੰ ਵੋਟ ਪਾਉਂਦੇ ਸੀ, ਉਹ ਬੜੇ ਬੰਦੇ ਸ਼ਾਮਲ ਹੋਏ ਆ। ਜੋਗਿੰਦਰ ਸਿੰਘ ਮਾਨ ਦਾ ਮਾਣ ਸਨਮਾਨ ਵੀ ਨਹੀਂ ਕੀਤਾ ਉਹਨਾਂ ਨੇ। ਨਾ ਉਹਨਾਂ ਨੇ ਇਲੈਕਸ਼ਨ ਲੜਨਾ ਸੀ, ਨਾ ਹੁਣ ਟਿਕਟ ਉਹਨਾਂ ਨੂੰ ਮਿਲਣੀ ਸੀ ਕਾਂਗਰਸ ਵੱਲੋਂ। ਜੇ ਆਪਾਂ ਕਿਸੇ ਦਾ ਮਾਣ ਸਨਮਾਨ ਵੀ ਨਹੀਂ ਕਰ ਸਕਦੇ ਤਾਂ ਫਿਰ ਕੀ ਫਾਇਦਾ ਉਸ ਚੀਜ਼ ਦਾ, ਜੇ ਤੁਹਾਨੂੰ ਸਮਝ ਨਹੀਂ ਆਈ ਕਿ ਆਪਾਂ ਰਾਜਨੀਤੀ ਕਰਨੀ ਕੀ ਆ। ਬਸ ਇੱਕੋ 26,000 ਦਾ ਫਤੂਰ, ਜਿਹੜੇ 2-3 ਆਲੇ ਦੁਆਲੇ ਦੇ ਬੰਦੇ ਸੀ, 26,000 ਜਪਦੇ ਰਹੇ। ਉਹ 26,000 ਵਾਲਾ ਕੰਮ ਖਤਮ ਹੋ ਗਿਆ। ਪਿੰਡ 'ਚੋਂ ਹਾਰ ਕੇ ਆਉਣਾ, ਸ਼ਹਿਰ ਪੂਰਾ ਨਹੀਂ ਹੋਣਾ। ਇਹ ਅੱਜ ਲਿਖ ਲਓ, ਆਪਣੇ ਇੱਥੇ ਨੋਟ ਕਰਕੇ ਰੱਖ ਲਿਓ। ਇਹੀ ਰਿਜ਼ਲਟ ਆਊ। ਕਿੱਦਾਂ ਰਣਨੀਤੀ ਬਣੀ ਆ? ਹੁਣ ਤੁਸੀਂ ਸ਼ਹਿਰਾਂ ਦੇ ਵਿੱਚ ਤਾਂ ਕਾਫੀ ਪਿਛਲੇ ਧੜਮੋਲ ਮਚਿਆ ਸੀ। ਉਹ ਜਿਹੜੇ ਉੱਧਰਲੇ ਇਲਾਕੇ ਸੀਗੇ ਭਾਜਪਾ ਦੇ, ਤੁਸੀਂ ਕਵਰ ਕਰਕੇ ਸੀ, ਚਾਹੇ ਸ਼ਿਵਪੁਰੀ, ਚਾਹੇ ਓਂਕਾਰ ਨਗਰ, ਚਾਹੇ ਕਿੱਦਾਂ ਸਾਰੇ ਸ਼ਹਿਰ ਦੇ ਵਿੱਚ ਸੁੰਦਰ ਸ਼ਾਮ ਰੋਡਾਂ ਨੇ ਤੁਹਾਨੂੰ ਉੱਤਰ ਨਹੀਂ ਦਿੱਤਾ। ਚਾਹੇ ਤੜਕੇ ਦੇ 5 ਵਜੇ ਹੋਣ, ਚਾਹੇ ਰਾਤ ਦੇ 12 ਵਜੇ ਹੋਣ, ਗੱਡੀ ਵਿੱਚ ਤੁਸੀਂ ਬੈਠੇ ਰਹੇ। ਹੁਣ ਗੱਡੀ ਬਦਲ ਗਈ ਆ, ਤੜਕੇ ਦੇ 5 ਵਜਣੇ, ਰਾਤ ਦੇ 12 ਵਜਣੇ ਆ। ਹੁਣ ਗੱਡੀ ਦੇ ਵਿੱਚ ਹੈਗਾ ਵਿਜੇ ਸਾਂਪਲਾ। ਕਿੱਦਾਂ ਦੀ ਪਲੈਨਿੰਗ ਹੈਗੀ ਆ? ਕੋਈ ਪਲਾਨ, ਸਾਡੀ ਸਾਰੀ ਪਲੈਨਿੰਗ ਆ। ਸਾਨੂੰ ਮਿਹਨਤ ਕਰਨੀ ਆਉਂਦੀ ਆ। ਅਸੀਂ ਮਿਹਨਤ ਤੋਂ ਕਦੀ ਪਿੱਛੇ ਨਹੀਂ ਹਟਦੇ। ਸਾਨੂੰ ਚਾਹੇ ਰਾਤ ਦੇ 4 ਵਜਣ, ਸਵੇਰ ਦੇ 5 ਵਜਣ, 6 ਵਜਣ, ਸਾਨੂੰ ਇਹਦਾ ਕੋਈ ਫਰਕ ਨਹੀਂ। ਸਾਨੂੰ ਪਤਾ ਅਸੀਂ ਮਿਹਨਤ ਕਰਨੀ ਆ, ਮਿਹਨਤ ਕਰਕੇ ਵਿਜੇ ਸਾਂਪਲਾ ਨੂੰ ਜਿਤਾਉਣਾ ਆ। ਅਸੀਂ ਜੇ ਅੱਗੇ 18 ਘੰਟੇ ਕੰਮ ਕੀਤਾ, ਅਸੀਂ 24 ਘੰਟੇ ਵੀ ਕਰਾਂਗੇ। ਜੇ ਤੁਹਾਡਾ ਪ੍ਰਤੀਕਰਮ ਲੰਮਾ, ਤੁਸੀਂ ਕਾਂਗਰਸ ਕਿਉਂ ਛੱਡੀ? ਇਹਨਾਂ ਦਾ ਦੱਸ ਦੇ ਕਾਰਨ। ਸੇਮ ਕਾਂਗਰਸ ਕਾਰਨ ਹੀ ਆ ਸਾਡੇ। ਇਕੱਠੇ ਬੈਠ ਕੇ ਸਾਡੀ ਗੱਲ ਹੋਈ ਸੀ। ਕਾਰਨ ਸਾਡੇ ਸੇਮ ਹੀ ਆ। ਮੇਰਾ ਕੋਈ ਪਰਸਨਲ ਨਹੀਂ ਕਾਰਨ ਹੈਗਾ ਜਾਂ ਕੋਈ ਇਦਾਂ ਦਾ ਨਹੀਂ। ਇਹੀ ਕਾਰਨ ਆ ਵੀ ਅਸੀਂ ਚਾਹੁੰਦੇ ਆ ਸ਼ਹਿਰ ਨੂੰ ਇਨਸਾਫ ਮਿਲੇ। ਜਿਹੜੇ ਲੋਕਾਂ ਦੀ, ਜੇ ਅਸੀਂ ਐਮਐਲਏ ਸਾਹਿਬ ਨੂੰ ਕੋਈ ਚੀਜ਼ ਦੱਸਦੇ ਆ, ਉਹ ਚੀਜ਼ ਨਹੀਂ ਪੂਰੀ ਕਰਦੇ ਤਾਂ ਸਾਡਾ ਫਰਜ਼ ਉਹਨਾਂ ਨੂੰ ਦੱਸਣਾ। ਜਦੋਂ ਨਹੀਂ ਪੂਰਾ ਕੀਤਾ, ਸਾਨੂੰ ਵੀ ਲੱਗਾ ਵੀ ਸਾਨੂੰ ਕੋਈ ਸੋਚ ਲੈਣਾ ਚਾਹੀਦਾ। ਸਾਨੂੰ 6 ਮਹੀਨੇ ਹੋ ਗਏ, ਅਸੀਂ ਉਹਨਾਂ ਕੋਲ ਜਾਣਾ ਬੰਦ ਕੀਤਾ ਸੀ। ਤੁਹਾਨੂੰ ਦੋਨਾਂ ਨੂੰ ਇਗਨੋਰ ਕੀਤਾ ਗਿਆ ਜਾਂ ਹੋਰ ਬਹੁਤ ਸਾਰੇ ਇਦਾਂ ਦੇ ਲੋਕ ਹੈਗੇ ਜਿਹਨੂੰ ਇਗਨੋਰ ਕੀਤਾ ਗਿਆ? ਬਹੁਤ ਬੰਦੇ ਇਦਾਂ ਦੇ ਤੁਹਾਡੇ ਸਾਹਮਣੇ ਆਏ ਨੇ ਹੌਲੀ ਹੋਰ ਹੈ ਬੰਦੇ ਜੀ ਤੁਹਾਡੇ ਸੰਪਰਕ 'ਚ ਹੈਗੇ? ਬਹੁਤ ਬੰਦੇ ਆ ਤੱਗੜ ਸਾਹਿਬ। ਇੰਨੀ ਵੱਡੀ ਲਿਸਟ ਆ ਕਾਂਗਰਸ ਦੇ ਵਰਕਰਾਂ ਦੀ, ਮੈਂ ਤੁਹਾਨੂੰ ਦੱਸ ਵੀ ਨਹੀਂ ਸਕਦਾ। ਹੁਣ ਤਾਂ ਚਲੋ ਅਸੀਂ ਇੱਧਰ ਆ ਗਏ ਆ ਪਾਰਟੀ ਦੇ ਵਿੱਚ, ਆਪਣੀ ਮਾਂ ਪਾਰਟੀ ਦੇ ਵਿੱਚ ਆਏ ਆ। ਤੇ ਮੈਂ ਤਾਂ ਪਰਮਾਤਮਾ ਦੇ ਹੱਥ ਜੋੜ ਕੇ ਉਹਦਾ ਸ਼ੁਕਰ ਕਰਦਾ ਕਿ ਅਸੀਂ ਵਾਪਸੀ ਕੀਤੀ ਆਪਣੇ ਘਰ। ਕਿਉਂਕਿ ਜੋ ਆਪਣੇ ਘਰ ਦੇ ਵਿੱਚ ਆਨੰਦ ਆ ਨਾ ਤੱਗੜ ਸਾਹਿਬ, ਹੋਰ ਕਿਤੇ ਨਹੀਂ ਹੈਗਾ। ਹਾਂ, ਜੇ ਉਹ ਸਾਨੂੰ ਮਾਣ ਸਨਮਾਨ ਦਿੰਦੇ, ਜੇ ਸਾਡੀ ਇੱਜ਼ਤ ਕਰਦੇ, ਹੋ ਸਕਦਾ
ਕਿ ਅਸੀਂ ਉੱਥੇ 5 ਸਾਲ 7 ਸਾਲ ਰਾਜਨੀਤੀ ਗੱਲ ਕਿੰਨੀ ਕੁ ਰਾਜਨੀਤੀ ਬੰਦੇ ਨੇ ਕਰਨੀ ਹੁੰਦੀ, ਪਰ ਉਹ ਮਾਣ ਸਨਮਾਨ ਸਾਨੂੰ ਮਿਲਿਆ ਨਹੀਂ। ਬਾਕੀ ਰਹੀ ਗੱਲ ਹੋਰ ਸਾਡੇ ਲਿੰਕ ਦੇ ਵਿੱਚ ਬਹੁਤ ਬੰਦੇ ਨੇ, ਬਹੁਤ ਵੋਟ ਆ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਹੀ ਵਿਜੇ ਸਾਂਪਲਾ ਜੀ ਦੇ ਹੱਕ 'ਚ ਖੜਨਗੇ ਔਰ ਇੱਕ ਮਾਹੌਲ ਜਿਹੜਾ ਆ ਉਹ ਬੀਜੇਪੀ ਵਿਜੇ ਸਾਂਪਲਾ ਮਈ ਬਣੇਗਾ ਔਰ ਫਗਵਾੜੇ ਦੇ ਵਿੱਚੋਂ ਵਿਜੇ ਸਾਂਪਲਾ ਜੀ ਜਿੱਤ ਕੇ ਜਾਣਗੇ। ਉਹ ਮੈਂ ਤੁਹਾਨੂੰ ਇਸ ਕਰਕੇ ਕਹਿਣਾ ਕਿ ਵਿਜੇ ਸਾਂਪਲਾ ਜੀ ਖੜਨ ਵਾਲੇ ਤੇ ਅੜਨ ਵਾਲੇ ਇਨਸਾਨ ਨੇ ਔਰ ਵਰਕਰ ਤੇ ਵੋਟਰ ਹਮੇਸ਼ਾ ਹੀ ਇਹ ਚਾਹੁੰਦਾ ਕਿ ਜਿਹੜਾ ਵੀ ਐਮਐਲਏ ਬਣੇ, ਜਿਹੜਾ ਵੀ ਸਾਡਾ ਕੋਈ ਐਮਪੀ ਬਣੇ, ਜਿਹੜਾ ਵੀ ਕਾਉਂਸਲਰ ਬਣੇ, ਉਹ ਅੜਨ ਵਾਲਾ ਹੋਵੇ, ਖੜਨ ਵਾਲਾ ਹੋਵੇ, ਇਮਾਨਦਾਰ ਹੋਵੇ। ਉਹ ਤਿੰਨੇ ਹੀ ਕੁਆਲਿਟੀਆਂ ਉਹ ਵਿੱਚ ਵਿਜੇ ਸਾਂਪਲਾ ਜੀ ਪਾਸ ਨੇ, ਕਿਉਂਕਿ ਉਹ ਇੱਥੇ ਦੀ ਸੇਵਾ ਵੀ ਕਰ ਚੁੱਕੇ ਨੇ ਬਹੁਤ ਚਿਰ ਪਹਿਲਾਂ। ਉਹਨਾਂ ਨੇ ਬਹੁਤ ਹੀ ਜ਼ਿਆਦਾ ਵਿਕਾਸ ਵੀ ਫਗਵਾੜੇ ਦਾ ਕਰਾਇਆ। ਅੱਜ ਜਿੰਨਾ ਵੀ ਵਿਕਾਸ ਹੋਇਆ ਫਗਵਾੜੇ ਦੇ ਵਿੱਚ, ਵੱਡੇ ਜਿੰਨੇ ਵੀ ਪ੍ਰੋਜੈਕਟ ਆਏ ਆ, ਸਾਰੇ ਹੀ ਭਾਰਤੀ ਜਨਤਾ ਪਾਰਟੀ ਦੇ ਟਾਈਮ ਤੇ ਆਏ ਆ। ਚੌਧਰੀ ਸਵਰਨਾ ਰਾਮ ਉਹਨਾਂ ਨੇ ਬਹੁਤ ਕੰਮ ਕਰਾਇਆ। ਉਸ ਤੋਂ ਬਾਅਦ ਸਾਡੇ ਐਮਐਲਏ ਕੈਨ ਸਾਹਿਬ ਬਣੇ, ਉਹਨਾਂ ਨੇ ਬਹੁਤ ਬੜਾ ਵਿਕਾਸ ਕਰਾਇਆ। ਉਸ ਤੋਂ ਬਾਅਦ ਵਿਜੇ ਸਾਂਪਲਾ ਜੀ ਜਦੋਂ ਬਣੇ, ਉਸ ਤੋਂ ਬਾਅਦ ਤੁਹਾਨੂੰ ਪਤਾ ਪੁਲ ਦੀ ਐਜੀਟੇਸ਼ਨ ਕਿੰਨੀ ਚੱਲੀ, ਉਹ ਵਿਜੇ ਸਾਂਪਲਾ ਜੀ ਨੇ ਬਹੁਤ ਵੱਡਾ ਇੱਕ ਸ਼ਹਿਰ ਨੂੰ ਬਚਾਇਆ, ਨਹੀਂ ਤਾਂ ਸ਼ਹਿਰ ਦੋ ਪਾਸਿਆਂ 'ਚ ਵੰਡ ਹੋ ਜਾਣਾ ਸੀ। ਉਹ ਸਾਰੇ ਹੀ ਬਾਜ਼ਾਰਾਂ ਦੀ ਮੰਗ ਵੀ ਸੀ। ਅੱਜ ਸਾਰੇ ਹੀ ਬਾਜ਼ਾਰ ਦਿਲੋਂ ਦੁਆਵਾਂ ਦਿੰਦੇ ਆ ਵਿਜੇ ਸਾਂਪਲਾ ਜੀ ਨੂੰ ਔਰ ਸਾਰੇ ਬਾਜ਼ਾਰ ਡਟ ਕੇ। ਔਰ 2-3 ਦਿਨਾਂ ਤੋਂ ਜਦ ਦੀ ਟਿਕਟ ਮਿਲੀ ਉਹਨਾਂ ਨੂੰ ਲਗਾਤਾਰ ਫੋਨ ਆ ਰਹੇ, ਸਾਂਪਲਾ ਜੀ ਬਾਜ਼ਾਰ ਆਓ, ਸਾਂਪਲਾ ਜੀ ਬਾਜ਼ਾਰ ਆਓ, ਤੁਹਾਡਾ ਸਵਾਗਤ ਕਰਨਾ। ਔਰ ਜਿਸ ਦਿਨ ਵਿਜੇ ਸਾਂਪਲਾ ਜੀ ਬਾਜ਼ਾਰ 'ਚੋਂ ਲੰਘੂਗੇ, ਤੱਗੜ ਸਾਹਿਬ ਤੁਹਾਡਾ ਕੈਮਰਾ ਉਹ ਫੋਟੋ ਉਹ ਵੀਡੀਓ ਬਣਾਊਗਾ ਕਿ ਲੋਕਾਂ ਦਾ ਕਿੰਨਾ ਉਹਨਾਂ ਦੇ ਪ੍ਰਤੀ ਉਤਸ਼ਾਹ ਆ, ਕਿੰਨਾ ਮਾਣ ਸਨਮਾਨ। ਇਹ ਸਨ ਗੁਰਦੀਪ ਦੀਪਾ ਤੇ ਓਮ ਪ੍ਰਕਾਸ਼ ਬਿੱਟੂ, ਜਿਨ੍ਹਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਸੀ ਬਲਵਿੰਦਰ ਸਿੰਘ ਧਾਲੀਵਾਲ ਨੂੰ ਲੀਡ ਦਿਵਾਉਣ ਦੇ ਵਿੱਚ। ਪਹਿਲਾਂ ਇਹ ਸੁੰਦਰ ਸ਼ਾਮ ਅਰੋੜਾ ਦੀਆਂ ਰੱਜ ਕੇ ਤਾਰੀਫਾਂ ਕਰਦੇ ਸਨ ਕਿ ਉਹਨਾਂ ਦੀ ਅਸੀਂ ਬਾਂਹ ਫੜੀਏ, ਛੱਡਾਂਗੇ ਨਹੀਂ, ਪਰ ਇਹ ਕਹਿੰਦੇ ਵੀ ਸਾਨੂੰ ਬਣਦਾ ਮਾਣ ਸਤਿਕਾਰ ਨਹੀਂ ਮਿਲਿਆ। ਵੀ ਸਾਨੂੰ ਤਾਂ ਕੀ ਮਿਲਣਾ ਸੀ, ਸੁੰਦਰ ਸ਼ਾਮ ਅਰੋੜਾ ਨੂੰ ਵੀ 4 ਕੱਪ ਨਹੀਂ ਪਿਲਾਇਆ ਗਿਆ। ਪਰ ਦੂਜੇ ਪਾਸੇ ਵਿਜੇ ਸਾਂਪਲੇ ਦੀਆਂ ਰੱਜ ਕੇ ਤਾਰੀਫਾਂ ਕਰਦੇ ਆ, ਕਹਿੰਦੇ ਖੰਡ ਵਾਲੇ ਆ, ਅੜਨ ਵਾਲੇ ਆ, ਡਟਣ ਵਾਲੇ ਆ, ਭੱਜਣ ਵਾਲੇ ਨਹੀਂ। ਕਹਿੰਦੇ ਕਾਂਗਰਸ ਪਾਰਟੀ ਨਹੀਂ ਛੱਡਣੀ ਸੀ ਜੇਕਰ ਉੱਥੇ ਕਰਪਸ਼ਨ ਨਾ ਹੁੰਦੀ। ਕਹਿੰਦੇ ਵੀ ਉੱਥੇ ਤਾਂ ਲੀਡਰਾਂ ਨੇ ਆਪਣੇ ਘਰ ਮਹਿਲ ਗੱਡੀਆਂ ਬਣਾਈਆਂ ਆ, ਪਰ ਉੱਥੇ ਵਰਕਰਾਂ ਦੀ ਪੁੱਛਗਿੱਛ ਨਹੀਂ ਹੋਈ। ਇਹਨਾਂ ਨੇ ਤਾਂ ਹੋਰ ਵੀ ਦਾਅਵੇ ਕੀਤੇ ਵੀ ਇਹਨਾਂ ਕੋਲ ਕੋਈ ਐਫੀਡੇਵਿਟ ਪਤਾ ਨਹੀਂ ਕਿਹੜੇ ਹੈਗੇ ਆ, ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕਹਿੰਦੇ ਦਿਖਾ ਦੇਣਗੇ। ਇਸ ਵੇਲੇ ਥੋੜੇ ਦਿਨ ਰਹਿ ਗਏ ਇਲੈਕਸ਼ਨ ਦੇ ਵਿੱਚ, ਤੇਜ਼ ਤਰਾਰ ਲੀਡਰਾਂ ਦੀਆਂ ਬਿਆਨਬਾਜ਼ੀਆਂ ਆਉਣੀਆਂ ਸਾਹਮਣੇ ਹੋ ਗਈਆਂ ਆ। ਹੁਣ ਦੇਖਣਾ ਇਹ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜਾ ਸਿਆਸੀ ਲੀਡਰ ਪਬਲਿਕ ਦੇ ਸਾਹਮਣੇ ਆਪਣਾ ਸਹੀ ਪੱਖ ਰੱਖ ਸਕਦਾ ਤੇ ਲੋਕ ਕਿਹੜਾ ਸਾਥ ਦੇਣਗੇ। ਪੰਚਕੋਨਾ ਮੁਕਾਬਲਾ ਬੜੀ ਜ਼ਬਰਦਸਤ ਟੱਕਰ ਹੈਗੀ ਆ। ਇਹ ਦੇਖਾਂਗੇ 20 ਫਰਵਰੀ ਨੂੰ ਵੋਟਾਂ ਕਿਹਦੇ ਹੱਕ 'ਚ ਪੈਂਦੀਆਂ ਤੇ 10 ਮਾਰਚ ਨੂੰ ਕਿਹਦੇ ਘਰ ਦੇ ਬਾਹਰ ਢੋਲ ਵੱਜਦੇ ਆ ਤੇ ਲੱਡੂਆਂ ਨਾਲ ਮੂੰਹ ਮਿੱਠੇ ਕਰਾਏ ਜਾਂਦੇ ਆ। ਇਹ ਤਾਂ ਲੋਕ ਫਤਵਾ ਦੇਣਗੇ। ਕੈਮਰਾਮੈਨ ਸੁਖਨੰਦਨ ਦੇ ਨਾਲ ਹਰਦੀਪ ਸਿੰਘ ਤੱਗੜ, ਸਾਂਝ ਟੀਵੀ ਫਗਵਾੜਾ। ਫਗਵਾੜਾ ਦੇ ਵਿੱਚ ਆਸ਼ੂ ਦੀ ਹੱਟੀ ਦਾ ਖੁੱਲਾ ਚੈਲੰਜ, ਜਿੱਥੋਂ ਤੁਹਾਨੂੰ ਮਿਲਣਗੇ ਸ਼ਹਿਰ ਵਿੱਚ ਸਭ ਤੋਂ ਸਸਤੇ ਰੇਟ ਤੇ ਸੂਟ, ਲਹਿੰਗੇ, ਸਾੜੀਆਂ ਤੇ ਪਲਾਜ਼ੋ। ਆਸ਼ੂ ਦੀ ਹੱਟੀ ਦਾ ਇੱਕ ਹੀ ਵਾਅਦਾ, ਤੁਹਾਨੂੰ ਮਿਲਣਗੇ ਵਧੀਆ ਕੁਆਲਿਟੀ ਦੇ ਕੱਪੜੇ, ਪਰ ਰੇਟ ਨਹੀਂ ਹੋਵੇਗਾ ਜ਼ਿਆਦਾ। ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਆਸ਼ੂ ਦੀ ਹੱਟੀ, ਆਪੋਜ਼ਿਟ ਬੱਸ ਸਟੈਂਡ ਫਗਵਾੜਾ।